ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਰਵੀ ਸਰ ਇੱਕ ਵਾਰ ਫਿਰ ਤੋਂ ਵੈਲਕਮ ਕਰਦਾ। ਪੰਜਾਬ ਦੀ ਅਸੀਂ ਜਿਓਗ੍ਰਾਫੀ ਦੇ ਕੁਐਸਚਨਸ ਕਰਾਂਗੇ। ਤੁਹਾਨੂੰ ਸਾਰੇ ਕੁਐਸਚਨ ਦੇ ਥਰੂ ਪੰਜਾਬ ਦੀ ਜਿਓਗ੍ਰਾਫੀ ਨੂੰ ਸਮਝਾਇਆ ਜਾਊਗਾ। ਇਹਦੇ ਵਿੱਚ 121 ਕੁਐਸਚਨਸ ਨੇ, ਤਾਂ ਉਹਦੇ ਵਿੱਚ ਪੰਜਾਬ ਦੇ ਸਾਰੇ ਫੈਕਟ ਜਿਹੜੇ ਨੇ ਮੈਂ ਇਹਦੇ ਵਿੱਚ ਕਵਰ ਕਰ ਦੇਣੇ ਨੇ। ਤੁਹਾਨੂੰ ਕਿਤੇ ਵੀ ਕੋਈ ਬੁੱਕ ਦੀ ਥਿਓਰੀ ਪੜ੍ਹਨ ਦੀ ਲੋੜ ਨਹੀਂ, ਨਾਲ ਦੀ ਨਾਲ ਤੁਹਾਡੇ ਬਹੁਤ ਵਾਰੀ ਰਿਪੀਟ ਹੋ ਜਾਊਗਾ ਇਹ ਕੁਐਸਚਨ ਇੱਕ ਹੀ। ਤਾਂ ਸੋ ਇਸ ਵੀਡੀਓ ਦੇ ਵਿੱਚ ਬਣੇ ਰਹੋ ਅਤੇ ਪੰਜਾਬ ਸਟੱਡੀ ਹੱਬ ਦੇ ਚੈਨਲ ਨੂੰ ਲਾਈਕ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਆਪਣੇ ਫਰੈਂਡਸ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ। ਠੀਕ ਹੈ ਜੀ, ਆਪਣੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਕਹਿੰਦਾ ਪਿਆ, ਮਾਲਵਾ ਅਤੇ ਦੁਆਬਾ ਦੇ ਰੀਜਨ ਜਿਹੜਾ ਹੈ ਉਸ ਨੂੰ ਸੈਪਰੇਟ ਕਰਨ ਵਾਲੀ ਰਿਵਰ ਦਾ ਨਾਮ ਦੱਸੋ। ਮਾਲਵਾ ਅਤੇ ਦੁਆਬਾ ਤੁਹਾਨੂੰ ਪਤਾ ਜੀ ਆਪਣੇ 3 ਏਰੀਏ ਪੰਜਾਬ ਦੇ ਵਿੱਚ ਪੈਂਦੇ ਨੇ, ਅਤੇ ਉਹ ਸਭ ਤੋਂ ਉੱਪਰ ਸਾਡਾ ਕਿਹੜਾ ਏਰੀਆ ਪੈਂਦਾ, ਮਾਝਾ ਰੀਜਨ, ਅਤੇ ਉਹ ਉਸ ਤੋਂ ਬਾਅਦ ਆਉਂਦੀ ਹੈ ਆਪਣਾ ਜਿਹੜਾ ਬਿਆਸ ਨਦੀ ਤੋਂ ਬਾਅਦ ਆਪਣਾ ਆ ਗਿਆ ਦੁਆਬਾ ਰੀਜਨ ਤੋਂ ਹੇਠਾਂ ਫਿਰ ਆ ਗਈ ਸਤਲੁਜ ਨਦੀ, ਉੱਥੋਂ ਥੱਲੇ ਆ ਗਿਆ ਮਾਲਵਾ ਰੀਜਨ। ਤਾਂ ਇਹਦੇ ਵਿੱਚ ਪੁੱਛਿਆ ਕਿਹੜੀ ਨਦੀ ਸੈਪਰੇਟ ਕਰਦੀ ਹੈ ਮਾਲਵਾ ਅਤੇ ਦੁਆਬੇ ਨੂੰ, ਅਤੇ ਮਾਲਵਾ ਅਤੇ ਦੁਆਬਾ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਿਹੜੀ ਨਦੀ ਹੈ, ਸਤਲੁਜ ਨਦੀ ਜਿਹੜੀ ਹੈ ਉਹ ਪੰਜਾਬ ਨੂੰ ਅਲੱਗ ਕਰਦੀ ਹੈ। ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਜਿਹੜਾ ਹੈ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਣਾ ਜਿਹੜੀ ਗੱਲ ਹੈ ਪੰਜਾਬ ਦੇ ਵਿੱਚ ਕਹਿੰਦਾ ਪਿਆ ਜੀ ਪੈਰੀਨੀਅਲ ਰਿਵਰਸ, ਮਤਲਬ ਉਹ ਜਿਹੜੀਆਂ ਸਦਾਬਹਾਰ ਨਦੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੈਗੀਆਂ ਨੇ ਉਹ ਕਿਹੜੀਆਂ ਨੇ। ਅਤੇ ਤੁਸੀਂ ਜਿਹੜੀਆਂ ਸਦਾਬਹਾਰ ਨਦੀਆਂ ਪੰਜਾਬ ਦੇ ਵਿੱਚ 3 ਨੇ, ਕਿਹੜੀਆਂ, ਸਤਲੁਜ, ਬਿਆਸ, ਰਾਵੀ, ਇਹ ਤਿੰਨੋਂ ਨਦੀਆਂ ਸਾਡੀਆਂ ਪੰਜਾਬ ਦੇ ਵਿੱਚ ਸਦਾਬਹਾਰ। ਜਿਹੜਾ ਸਾਡਾ ਘੱਗਰ ਦਰਿਆ ਜਿਹੜਾ ਹੈ ਉਹ ਸਾਡਾ ਜਿਹੜਾ ਦਰਿਆ ਹੈ ਉਹ ਸੀਜ਼ਨਲ ਰਿਵਰ 'ਤੇ ਡਿਪੈਂਡ ਕਰਦਾ ਹੈ। ਜਦੋਂ ਸੀਜ਼ਨ ਆਉਂਦਾ ਉਦੋਂ ਹੀ ਉਹਦੇ ਵਿੱਚ ਪਾਣੀ ਆਉਂਦਾ, ਬਟ ਇਹ 3 ਰਿਵਰਸ ਸਾਡੀਆਂ ਹਿਮਾਲਿਆ ਤੋਂ ਨਿਕਲਦੀਆਂ ਨੇ, ਪੰਜਾਬ 'ਚ ਐਂਟਰ ਹੁੰਦੀਆਂ ਨੇ, ਜਿਸ ਕਰਕੇ ਇਹਨਾਂ ਦੇ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਹੁੰਦੀ, ਜਿਸ ਕਰਕੇ ਇਸ ਨੂੰ ਪੰਜਾਬ ਦੀ ਸਦਾਬਹਾਰ ਨਦੀਆਂ ਦੇ ਵਿੱਚ ਗਿਣਿਆ ਜਾਂਦਾ ਹੈ। ਆਈ ਹੋਪ ਕਿ 3 ਨਦੀਆਂ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ। ਜਿਹੜੀ ਸਤਲੁਜ ਨਦੀ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਨਦੀ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਕਹਿੰਦਾ ਵਿਚ ਰਿਵਰ ਇਜ਼ ਨੋਨ ਐਜ਼ ਬੈਕਬੋਨ ਆਫ ਦਾ, ਮਤਲਬ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸ ਰਿਵਰ ਨੂੰ ਕਿਹਾ ਜਾਂਦਾ ਹੈ। ਇਹਦੇ ਵਿੱਚ ਤੁਹਾਨੂੰ ਤਾਂ ਪਤਾ ਹੀ ਹੈ ਜੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਮੇਨ ਇੰਪੋਰਟੈਂਟ ਰਿਵਰ ਹੈ ਉਹ ਸਤਲੁਜ ਨਦੀ ਹੈ, ਕਿਉਂਕਿ ਇਹ ਸਭ ਤੋਂ ਵੱਡੀ ਰਿਵਰ ਹੈ ਪੰਜਾਬ ਦੀ, ਅਤੇ ਇਸੇ ਕਰਕੇ ਇਹ ਪੰਜਾਬ ਦੇ ਇਹਦੇ ਹੇਠਾਂ ਜਿੰਨੇ ਵੀ ਸਾਊਥ ਦੇ ਵਿੱਚ ਮਤਲਬ ਦੱਖਣ ਦੇ ਵਿੱਚ ਇਸ ਨਦੀ ਦੇ ਥੱਲੇ ਜਿਹੜਾ ਏਰੀਆ ਪੈਂਦਾ ਉਹਨੂੰ ਮਾਲਵਾ ਕਹਿੰਦੇ ਆ। ਤਾਂ ਇਸ ਨਦੀ ਨੂੰ ਤੁਸੀਂ ਯਾਦ ਰੱਖਣਾ। ਇਹ ਨਦੀ ਜਿਹੜੀ ਹੈ ਇਹ ਆਪਣੀ ਪੰਜਾਬ ਦੇ ਵਿੱਚ ਇਹਦਾ ਇੱਕ ਕੁਐਸਚਨ ਹੋਰ ਬਣਦਾ ਹੈ, ਇਹ ਜਿੱਥੇ ਬਿਆਸ ਦੇ ਵਿੱਚ ਮਰਜ ਹੁੰਦੀ ਹੈ ਨਾ ਉੱਥੇ ਹਰੀਕੇ ਪਤਨ ਸ਼ਹਿਰ ਹੈ, ਉਹ ਤੁਸੀਂ ਯਾਦ ਰੱਖਣਾ ਹੈ। ਆ ਜਿਹੜਾ 4th ਕੁਐਸਚਨ ਇਸ ਦੇ ਵਿੱਚ ਇਸੇ ਬਾਰੇ ਹੀ ਦੱਸਦਾ ਪਿਆ ਤੁਹਾਨੂੰ। ਦੇਖੋ, ਐਟ ਵਿਚ ਪਲੇਸ ਬਿਆਸ ਐਂਡ ਸਤਲੁਜ ਨਦੀ ਮਰਜ ਇਨਟੂ ਦਾ ਵਨ ਰਿਵਰ, ਜਿਹਦਾ ਨਾਮ ਪੈ ਜਾਂਦਾ ਸਤਲੁਜ। ਤੁਹਾਨੂੰ ਪਤਾ ਹੈ ਬਿਆਸ ਅਤੇ ਸਤਲੁਜ ਨਦੀ ਆਪਸ ਦੇ ਵਿੱਚ ਮਰਜ ਹੋ ਕੇ ਅੱਗੇ ਸਤਲੁਜ ਨਦੀ ਹੀ ਬਣ ਜਾਂਦੀ ਹੈ। ਉਹ ਥਾਂ ਦਾ ਨਾਮ ਦੱਸੋ, ਉਹ ਥਾਂ ਦਾ ਨਾਮ ਹੈ ਹਰੀਕੇ ਪਤਨ। ਠੀਕ ਹੈ, ਇਹ ਪੰਜਾਬ ਦੇ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਜੀ, ਤਰਨ ਦੇ ਕੋਲ ਹਰੀਕੇ ਪਤਨ। ਇੱਥੇ ਇੱਕ ਕੁਐਸਚਨ ਤੁਹਾਡਾ ਬਣਦਾ ਹੈ ਪੰਜਾਬ ਦਾ ਜਲੀਆ ਜੀਵ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਐਕੁਐਟਿਕ ਐਨੀਮਲ, ਪਾਣੀ ਵਾਲਾ ਜਿਹੜਾ ਜਲੀਆ ਜੀਵ ਹੈ ਉਹ ਸਾਡਾ ਹੈਗਾ ਡੋਲਫਿਨ। ਇਹ ਸਾਨੂੰ ਮਿਲਦਾ ਕਿੱਥੇ ਹੈ ਜੀ, ਹਰੀਕੇ ਪਤਨ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਸਤਲੁਜ ਦਰਿਆ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਪਿਆ ਰਿਵਰ ਇੰਡਸ ਓਰੀਜਨੇਟ ਫਰੋਮ, ਜਿਹੜੀ ਰਿਵਰ ਸਿੰਧੂ ਨਦੀ ਹੈ, ਸਿੰਧੂ ਨਦੀ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਇੰਡਸ ਰਿਵਰ, ਇਹ ਕਿੱਥੋਂ ਓਰੀਜਨੇਟ ਹੁੰਦੀ ਹੈ। ਤਾਂ ਤੁਸੀਂ ਸਿੰਪਲ ਜਿਹਾ ਯਾਦ ਰੱਖਣਾ ਹੈ ਜੀ, ਤਿੱਬਤ ਦੇ ਵਿੱਚ ਇੱਕ ਝੀਲ ਹੈ ਜੀ, ਉਹਦਾ ਨਾਮ ਹੈ ਮਾਨਸਰੋਵਰ ਝੀਲ। ਉੱਥੇ ਇੱਕ ਰੇਮੂ ਗਲੇਸ਼ੀਅਰ ਹੈ, ਉੱਥੋਂ ਇਹ ਨਿਕਲ ਕੇ ਆਉਂਦੀ ਹੈ, ਜਿਸ ਨੂੰ ਆਪਾਂ ਕੈਲਾਸ਼ ਰੇਂਜ ਵੀ ਕਹਿ ਦਿੰਦੇ ਹਾਂ, ਕੈਲਾਸ਼ ਦੀ ਪਹਾੜੀਆਂ ਵੀ ਕਹਿ ਦਿੰਦੇ ਹਾਂ। ਇਹ ਸਰੋਵਰ ਜਿਹੜੀ ਝੀਲ ਹੈ ਇਹ ਕੈਲਾਸ਼ ਦੀ ਪਹਾੜੀਆਂ ਦੇ ਵਿੱਚ ਹੈ, ਅਤੇ ਕੈਲਾਸ਼ ਦੀ ਪਹਾੜੀਆਂ ਨੂੰ ਇੰਡੀਆ ਦੇ ਵਿੱਚ ਕਿਹਾ ਜਾਂਦਾ ਹੈ ਕਰਾਕੋਰਮ ਰਿਵਰਸ, ਕਰਾਕੋਰਮ ਦੀ ਪਹਾੜੀਆਂ। ਠੀਕ ਹੈ ਜੀ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਦੱਸਣਾ ਜੀ ਤੁਸੀਂ ਜਿਹੜਾ ਗੋਮਲ ਪਾਸ ਹੈ ਹਿਮਾਲਿਆ ਦੇ ਵਿੱਚ, ਜਿਹੜਾ ਕਿ ਇਨ ਹਿਮਾਲਿਆ, ਇਹ ਕਾਹਦੇ ਵਾਸਤੇ ਯੂਜ਼ ਹੁੰਦਾ ਜੀ। ਤਾਂ ਹਿਮਾਲਿਆ ਦੇ ਵਿੱਚ ਕੋਈ ਇੱਕ ਪਾਰਟ ਨਹੀਂ ਗਾ, ਜਿਹੜਾ ਹਿਮਾਲਿਆ ਪਾਕਿਸਤਾਨ ਦੇ ਵਿੱਚ ਚਲਾ ਗਿਆ ਨਾ ਉਸ ਨੂੰ ਆਪਾਂ ਸੁਲੇਮਾਨ ਦੀ ਪਹਾੜੀਆਂ ਕਹਿੰਦੇ ਹਾਂ, ਸੁਲੇਮਾਨ ਦੀਆਂ ਪਹਾੜੀਆਂ ਜਾਂ ਕਿਰਥਰ ਦੀ ਪਹਾੜੀਆਂ ਵੀ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਕੋਈ ਇੱਕ ਪਾਸ ਨਹੀਂ ਹੈਗਾ, 3-4 ਪਾਸ ਨੇ, ਪਰ ਇਹਨੇ ਇੱਕੋ ਹੀ ਦੱਸਿਆ ਗੋਮਲ। ਅਤੇ ਦੇਖੋ ਜੀ, ਇੱਕ ਗੋਮਲ ਹੈ, ਇੱਕ ਬੋਲਨ ਪਾਸ ਹੈ, ਇੱਕ ਖਾਈਬਰ ਦਰਾ ਵੀ ਹੈਗਾ, ਜਿਹਨੂੰ ਆਪਾਂ ਕਹਿੰਦੇ ਨੇ ਖਾਈਬਰ ਪਾਸ। ਇਹ ਸਾਰੇ ਜਿਹੜੇ ਇੱਕ ਤੋਚੀ ਦਰਾ ਵੀ ਹੈਗਾ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਇਹ ਸਾਰੇ ਜਿਹੜੇ ਪਾਸ ਨੇ ਇਹਦੇ ਪੰਜਾਬ ਦੇ ਪਾਕਿਸਤਾਨ ਵਾਲੇ ਪੰਜਾਬ ਦੇ ਜਿਹੜਾ ਹਿਮਾਲਿਆ ਪੈਂਦਾ, ਜਿਹਨੂੰ ਸੁਲੇਮਾਨ ਦੀ ਪਹਾੜੀਆਂ ਕਹਿੰਦੇ ਆ, ਇਹ ਸਾਰੇ ਟਰੇਡ
ਵਾਸਤੇ ਯੂਜ਼ ਹੁੰਦੇ ਰਹੇ ਨੇ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਰੂਲਰ ਐਂਟਰ ਕਰਦਾ ਸੀ ਉਹ ਹੁੰਦਾ ਸੀ ਖਾਈਬਰ ਪਾਸ। ਠੀਕ ਹੈ ਜੀ, ਖਾਈਬਰ ਪਾਸ ਦੇ ਥਰੂ ਸਾਰੇ ਜਿਹੜੇ ਲੋਕ ਨੇ ਪੰਜਾਬ 'ਚ ਐਂਟਰ ਹੁੰਦੇ ਸੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਦੇਖੋ ਕੁਐਸਚਨ, ਵੇਅਰ ਡਜ਼ ਸਤਲੁਜ ਓਰੀਜੀਨੇਟ। ਤੁਹਾਨੂੰ ਪਤਾ ਜੀ ਮਾਨਸਰੋਵਰ ਝੀਲ ਤੋਂ 3 ਨਦੀਆਂ ਨਿਕਲਦੀਆਂ ਨੇ। ਮਾਨਸਰੋਵਰ ਝੀਲ ਤੋਂ ਇੱਕ ਨਿਕਲ ਗਈ ਇੰਡਸ ਨਦੀ, ਇੱਕ ਨਿਕਲਦੀ ਹੈ ਤੁਹਾਡੀ ਜੀ ਸਤਲੁਜ ਨਦੀ, ਇੱਕ ਨਿਕਲਦੀ ਹੈ ਬ੍ਰਹਮਪੁੱਤਰਾ ਨਦੀ। ਇਸ ਨਦੀ ਜਿਹੜੀ ਮਾਨਸਰੋਵਰ ਝੀਲ ਹੈ ਤਿੱਬਤ ਦੇ ਵਿੱਚ ਪੈਂਦੀ ਹੈ, ਜਿਹਨੂੰ ਕੈਲਾਸ਼ ਦੀ ਪਹਾੜੀਆਂ ਦੇ ਵਿੱਚ। ਇਹ ਮੈਂ ਕੁਐਸਚਨ ਉੱਪਰ ਹੀ ਦੱਸ ਚੁੱਕਿਆ ਤੁਹਾਨੂੰ। ਜਿੱਥੋਂ ਸਤਲੁਜ ਨਿਕਲਦੀ ਹੈ ਨਾ ਉੱਥੇ ਇੱਕ ਲੇਖ ਦਾ ਨਾਮ ਹੈ ਰਕਸ਼ਾਸ ਤਾਲ ਲੇਖ ਕਹਿੰਦੇ ਉਹਨੂੰ ਆਪਾਂ, ਅਤੇ ਇਹ ਤਿੱਬਤ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਮੇਨ ਤੁਸੀਂ ਮਾਨਸਰੋਵਰ ਝੀਲ ਹੀ ਯਾਦ ਰੱਖੋਗੇ। ਮਾਨਸਰੋਵਰ ਝੀਲ ਤੋਂ 3 ਨਦੀਆਂ ਨਿਕਲਦੀਆਂ ਨੇ, ਬ੍ਰਹਮਪੁੱਤਰਾ, ਸਤਲੁਜ ਅਤੇ ਸਿੰਧੂ ਨਦੀ। ਠੀਕ ਹੈ ਜੀ, ਇਹ 3 ਨਦੀਆਂ ਨਿਕਲਦੀਆਂ ਨੇ। ਉਸ ਤੋਂ ਬਾਅਦ ਯਾਦ ਕਰੋ ਜੀ ਤੁਸੀਂ 8ਵਾਂ ਜਿਹੜਾ ਕੁਐਸਚਨ ਹੈ, ਸਤਲੁਜ ਐਂਟਰ ਇਨ ਪੰਜਾਬ ਦੇ ਮੈਦਾਨਾਂ ਦੇ ਵਿੱਚ ਕਿੱਥੇ ਐਂਟਰ ਕਰਦੀ ਹੈ, ਤਾਂ ਇਹਦੇ ਬਾਰੇ ਆਪਾਂ ਵੇਖਦੇ ਹਾਂ। ਅਤੇ ਜਿਹੜੀ ਸਤਲੁਜ ਨਦੀ ਹੈ ਇਹ ਨੰਗਲ ਜਿਹੜਾ ਸਾਡਾ ਸਿਟੀ ਹੈ ਰੋਪੜ ਵਾਲੇ ਸਾਈਡ, ਉੱਥੇ ਇਹ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਹਿਮਾਚਲ ਤੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਉਸ ਤੋਂ ਬਾਅਦ ਜੀ ਰਾਵੀ ਓਰੀਜੀਨੇਟ। ਹੁਣ ਜਿਹੜੀ ਰਾਵੀ ਨਦੀ ਹੈ ਇੰਡੀਆ ਦੇ ਵਿੱਚ ਉਹ ਕਿੱਥੋਂ ਓਰੀਜੀਨੇਟ ਹੁੰਦੀ ਹੈ, ਤੁਹਾਨੂੰ ਪਤਾ ਹੋਵੇਗਾ ਜੀ ਹਿਮਾਚਲ ਦੇ ਵਿੱਚ ਕੁੱਲੂ ਅਤੇ ਰੋਹਤਾਂਗ ਦੀ ਪਹਾੜੀਆਂ ਨੇ। ਉੱਥੇ ਰੋਹਤਾਂਗ ਦर्रा ਬਣਿਆ ਹੋਇਆ ਹੈ ਕੁੱਲੂ ਦੀ ਪਹਾੜੀਆਂ ਦੇ ਵਿੱਚ। ਰੋਹਤਾਂਗ ਦੇ ਨੇੜੇ ਇੱਕ ਲੇਕ ਹੈ, ਉੱਥੋਂ ਇਹ ਪਾਸ ਹੁੰਦੀ ਹੈ। ਤੁਸੀਂ ਰੋਹਤਾਂਗ ਯਾਦ ਰੱਖਣਾ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ। ਇਹ ਰਾਵੀ ਨਦੀ ਉੱਥੋਂ ਨਿਕਲ ਕੇ ਆਉਂਦੀ ਹੈ, ਜਿਹਦੇ ਉੱਪਰ ਸਾਡਾ ਇੱਕ ਕਰਤਾਰਪੁਰ ਕੋਰੀਡੋਰ ਬਣਿਆ ਹੋਇਆ ਤੁਹਾਨੂੰ। ਠੀਕ ਹੈ ਨੀ, ਗੁਰੂ ਨਾਨਕ ਦੇਵ ਜੀ ਦੇ ਆਪਾਂ ਨਨਕਾਣਾ ਸਾਹਿਬ ਜਾਂਦੇ ਹਾਂ, ਉੱਥੇ ਜਿਹੜਾ ਕੋਰੀਡੋਰ ਜਿਹੜਾ ਹੈ 4 ਕਿਲੋਮੀਟਰ ਦਾ, ਉਹ ਇਸ ਹੀ ਨਦੀ ਦੇ ਉੱਪਰ ਬਣਿਆ ਹੋਇਆ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ ਹੈ। ਰਾਵੀ ਨਦੀ ਜਿਹੜੀ ਰਾਵੀ ਨਦੀ ਪੰਜਾਬ 'ਚ ਐਂਟਰ ਹੁੰਦੀ ਹੈ ਨਾ, ਉਹ ਚੰਬਾ ਜਿਹੜਾ ਹਿਮਾਚਲ ਦਾ ਜਿਹੜਾ ਬਾਰਡਰ ਹੈ ਚੰਬਾ, ਉੱਥੇ ਚੌਂਦ ਵਿਲੇਜ ਹੈਗਾ ਜੀ, ਉੱਥੇ ਇਹ ਨਦੀ ਹੈ ਇਹ ਪੰਜਾਬ 'ਚ ਐਂਟਰ ਹੁੰਦੀ ਹੈ ਰਾਵੀ ਨਦੀ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਪੰਜਾਬ ਦੀ ਸਭ ਤੋਂ ਲੰਮੀ ਨਦੀ ਆਉਂਦੀ ਹੈ ਸਤਲੁਜ, ਉਸ ਤੋਂ ਬਾਅਦ ਆਉਂਦੀ ਹੈ ਬਿਆਸ, ਉਸ ਤੋਂ ਬਾਅਦ ਆਉਂਦੀ ਹੈ ਰਾਵੀ। ਠੀਕ ਹੈ ਜੀ, ਇਹ ਰਾਵੀ 3 ਨੰਬਰ 'ਤੇ ਹੈ। ਉਸ ਤੋਂ ਬਾਅਦ ਵਿਚ ਰਿਵਰ ਫੀਡ ਦਾ ਕੈਨਾਲ ਸਿਸਟਮ ਆਫ ਦਾ ਭਾਖੜਾ ਨੰਗਲ ਪ੍ਰੋਜੈਕਟ। ਤੁਹਾਨੂੰ ਪਤਾ ਹੈ 5 ਸਟੇਟਾਂ ਨੂੰ ਬਿਜਲੀ ਦਿੰਦਾ ਹੈ। ਭਾਖੜਾ ਜਿਹੜਾ ਡੈਮ ਹੈ ਇਹ ਸਤਲੁਜ ਨਦੀ ਦੇ ਉੱਪਰ ਬਣਿਆ ਹੋਇਆ ਜਿਹੜਾ ਇਹ ਡੈਮ, ਇਸ ਡੈਮ ਦੇ ਵਿੱਚੋਂ ਨਾ ਅਸੀਂ 2-3 ਕਨਾਲਸ ਵੀ ਕੱਢੀਆਂ, ਮਤਲਬ ਨਹਿਰਾਂ ਕੱਢੀਆਂ ਹੋਈਆਂ, ਨਹਿਰਾਂ ਜਿਹਨੂੰ ਕਹਿ ਦਿੰਦੇ ਹਾਂ। ਤਾਂ ਇਹ ਜਿਹੜੀ ਨਹਿਰਾਂ ਕੱਢੀਆਂ ਨੇ, ਇਹ ਜਿਹੜਾ ਰਿਵਰ ਤੋਂ ਪਾਣੀ ਲਿਆ ਜਾਂਦਾ ਉਹ ਹੈ ਸਤਲੁਜ। ਇਹਦੇ ਵਿੱਚ ਇਹੀ ਕੁਐਸਚਨ ਪੁੱਛਿਆ ਕਿ ਵਿਚ ਰਿਵਰ ਫੀਡਸ ਦਾ ਕੈਨਾਲ ਸਿਸਟਮ ਆਫ ਦਾ ਭਾਖੜਾ ਨੰਗਲ ਪ੍ਰੋਜੈਕਟ। ਠੀਕ ਹੈ ਜੀ, ਨੇਮ ਸਮ ਟਾਊਨ ਸਿਚੁਏਟਡ ਔਨ ਦਾ ਬੈਂਕ ਆਫ ਦਾ ਸਤਲੁਜ। ਕਹਿੰਦੇ ਸਤਲੁਜ ਨਦੀ ਦੇ ਕੰਢੇ 'ਤੇ ਕਿਹੜੇ ਸ਼ਹਿਰ ਵਸੇ ਹੋਏ ਨੇ, ਤਾਂ ਸਭ ਤੋਂ ਪਹਿਲਾਂ ਜੀ ਸਾਡੇ ਪੰਜਾਬ ਦੀ ਫਲੋਰ, ਜਿੱਥੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਦਾ ਹੈੱਡਕੁਆਟਰ ਹੈ। ਰੋਪੜ ਹੈ ਜੀ, ਸਾਡੀ ਹੜੱਪਾ ਦੀ ਸਾਈਟ ਹੈ। ਹਰੀਕੇ ਜਿਹਨੂੰ ਆਪਾਂ ਰਾਮਸਰ ਸਾਈਟ ਕਹਿੰਦੇ ਹਾਂ, ਰਾਮਸਰ ਸਾਈਟ, ਅਤੇ ਫਿਰੋਜ਼ਪੁਰ ਦਿਖੇ ਜੀ ਆਪਣੀ ਸ਼ਹੀਦਾਂ ਦੀ ਧਰਤੀ ਜਿਹਨੂੰ ਕਹਿੰਦੇ ਹਾਂ। ਠੀਕ ਹੈ ਜੀ, ਇਹ 4 ਸ਼ਹਿਰ ਜੀ ਤੁਹਾਡੇ ਸਤਲੁਜ ਨਦੀ ਦੇ ਕੰਢੇ 'ਤੇ ਨੇ, ਇਹ ਤੁਸੀਂ ਯਾਦ ਰੱਖਣੇ ਨੇ। ਉਸ ਤੋਂ ਬਾਅਦ ਰਿਵਰ ਜਿਹੜਾ ਬਿਆਸ ਹੈ ਇਹ ਓਰੀਜੀਨੇਟ ਕਿੱਥੋਂ ਹੁੰਦਾ ਹੈ। ਬਿਆਸ ਇੱਕ ਕੁੰਡ ਹੈ ਜੀ, ਬਿਆਸ ਕੁੰਡ ਕੁੱਲੂ ਦੀ ਪਹਾੜੀਆਂ ਦੇ ਵਿੱਚ। ਕੁੱਲੂ ਦੀ ਪਹਾੜੀਆਂ ਤੋਂ ਦੋਨੋਂ ਹੀ ਨਦੀਆਂ, ਇੱਕ ਰੋਹਤਾਂਗ ਪਾਸ ਤੋਂ ਰਾਵੀ ਨਦੀ, ਆਰ ਤੋਂ ਰੋਹਤਾਂਗ, ਆਰ ਤੋਂ ਰਾਵੀ ਨਦੀ, ਅਤੇ ਬਿਆਸ ਬੀ ਤੋਂ ਬਿਆਸ ਅਤੇ ਬੀ ਤੋਂ ਬਿਆਸ ਕੁੰਡ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਕੁੱਲੂ ਦੀ ਪਹਾੜੀਆਂ ਦੇ ਵਿੱਚ। ਬਿਆਸ ਜਿਹੜੀ ਬਿਆਸ ਨਦੀ ਐਂਟਰ ਹੁੰਦੀ ਹੈ ਇਹ ਹੁੰਦੀ ਹੈ ਜੀ ਹੁਸ਼ਿਆਰਪੁਰ ਦੇ ਕੋਲ ਸਿਟੀ ਹੈ ਜੀ ਤਲਵਾੜਾ ਸਿਟੀ ਦੇ ਕੋਲ ਇਹ ਜੀ ਮਕੇਰੀਅਨ ਦਸੂਆ ਜਿਹੜਾ ਉੱਥੇ ਨੇੜੇ ਪੈਂਦਾ, ਤਾਂ ਉੱਥੋਂ ਇਹ ਜੀ ਐਂਟਰ ਹੁੰਦੀ ਹੈ ਪੰਜਾਬ ਦੇ ਵਿੱਚ। ਠੀਕ ਹੈ ਜੀ, ਬਿਆਸ ਨਦੀ। ਇਹ ਬਿਆਸ ਨਦੀ ਉਹੀ ਨਦੀ ਹੈ ਜਿਹਨੂੰ ਜਿਹੜਾ ਅਲੈਗਜ਼ੈਂਡਰ ਸਿਕੰਦਰ ਮਹਾਨ ਜਿਹਨੂੰ ਕਹਿ ਦਿੰਦੇ ਹਾਂ, ਇਹ ਇਸੇ ਲੜਾਈ ਤੋਂ ਹੀ ਵਾਪਸ ਮੁੜ ਗਿਆ ਸੀ। ਇਹ ਨਦੀ ਨੂੰ ਪਾਸ ਨਹੀਂ ਕਰ ਪਾਇਆ ਸੀਗਾ, ਪਰ ਉਹ ਲੜਿਆ ਸੀ ਲਾਸਟ ਕਿੱਥੇ, ਜੇਹਲਮ ਨਦੀ ਦੇ ਕੰਢੇ 'ਤੇ ਲੜਿਆ ਸੀਗਾ ਪੋਰਸ ਦੇ ਨਾਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਪਰ ਬਿਆਸ ਨਦੀ ਨੂੰ ਉਹ ਪਾਰ ਨਹੀਂ ਕਰ ਪਾਇਆ, ਇਹ ਤੁਸੀਂ ਯਾਦ ਰੱਖ ਲਿਆ ਜੀ। ਉਸ ਤੋਂ ਬਾਅਦ ਜੀ ਗੱਲ ਆਉਂਦੀ ਹੈ ਕਿ ਨੇਮ ਆਫ ਦਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਕੰਸਟਰਕਟਡ ਔਨ ਦਾ ਰਾਵੀ ਨਦੀ। ਕਹਿੰਦਾ ਜੀ ਹਾਈਡਰੋ ਦਾ ਵਰਡ ਸਮਝੋ, ਹਾਈਡਰੋ ਵਰਡ ਹੁੰਦਾ ਪਾਣੀ ਤੋਂ ਬਿਜਲੀ ਬਣਾਉਣ ਵਾਲਾ ਪ੍ਰੋਜੈਕਟ ਜਿਹੜਾ ਰਾਵੀ ਨਦੀ ਦੇ ਉੱਪਰ ਲੱਗਿਆ ਨਾ, ਉਸ ਪ੍ਰੋਜੈਕਟ ਦਾ ਨਾਮ ਕੀ ਹੈ, ਇਹ ਤੁਸੀਂ ਯਾਦ ਰੱਖ ਲਓ। ਸ਼ਾਹਪੁਰ ਕੰਡੀ ਡੈਮ ਵੀ ਕਹਿੰਦੇ ਇਹਨੂੰ ਆਪਾਂ, ਸ਼ਾਹਪੁਰ ਕੰਡੀ ਡੈਮ। ਠੀਕ ਹੈ ਜੀ, ਅਤੇ ਇਸ ਨੂੰ ਥੀਨ ਡੈਮ ਵੀ ਕਹਿ ਦਿੰਦੇ ਹਾਂ। 2 ਡੈਮ ਬਣੇ ਹੋਏ ਨੇ ਰਾਵੀ ਦੇ ਉੱਪਰ, ਇੱਕ ਸ਼ਾਹਪੁਰ ਕੰਡੀ ਡੈਮ ਅਤੇ ਰਾਵੀ ਨਦੀ ਦੇ ਉੱਪਰ ਥੀਨ ਡੈਮ।
ਠੀਕ ਹੈ ਜੀ। ਥੀਨ ਡੈਮ ਨੂੰ ਆਪਾਂ ਰਣਜੀਤ ਸਾਗਰ ਡੈਮ ਵੀ ਕਹਿ ਦਿੰਦੇ ਹਾਂ, ਰਣਜੀਤ ਸਾਗਰ ਡੈਮ। ਥੀਨ ਤਾਂ ਪਿੰਡ ਦੇ ਵਿੱਚ ਬਣਿਆ ਹੋਇਆ ਹੈ, ਡੈਮ ਦਾ ਨਾਮ ਰਣਜੀਤ ਸਾਗਰ ਹੈ, ਪਰ ਉਹਦੇ ਉੱਪਰ ਇੱਕ ਨਵਾਂ ਗੁਰਦਾਸਪੁਰ ਦੇ ਵਿੱਚ ਬਣਿਆ ਸ਼ਾਹਪੁਰ ਕੰਡੀ ਡੈਮ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਵਟ ਕਾइंड ऑफ ਰਿਵਰ ਇਜ਼ ਘੱਗਰ। ਇਹ ਕਹਿੰਦਾ ਘੱਗਰ ਜਿਹੜਾ ਦਰਿਆ ਹੈ ਉਹ ਕਿਸ ਤਰ੍ਹਾਂ ਦਾ ਦਰਿਆ ਹੈ। ਦੇਖੋ ਜੀ, ਇਹ ਸੀਜ਼ਨਲ ਦਰਿਆ ਹੈ, ਇਹਦੇ ਵਿੱਚ ਸੀਜ਼ਨ ਦੇ ਹਿਸਾਬ ਨਾਲ ਪਾਣੀ ਆਉਂਦਾ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਕਹਿੰਦਾ ਜੀ ਘੱਗਰ ਨਦੀ, ਨੈਕਸਟ ਕੁਐਸਚਨ ਸੇਮ ਹੀ ਹੈ, ਜਿਹੜਾ ਘੱਗਰ ਦਰਿਆ ਹੈ ਉਹ ਓਰੀਜਨੇਟ ਕਿੱਥੋਂ ਹੁੰਦਾ, ਮਤਲਬ ਨਿਕਲਦਾ ਕਿੱਥੋਂ ਹੈ, ਤਾਂ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਹਿਮਾਚਲ ਦੇ ਵਿੱਚੋਂ ਨਿਕਲਦਾ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਕਹਿੰਦਾ ਜੀ ਘੱਗਰ ਦਰਿਆ ਪੰਜਾਬ ਦੇ ਵਿੱਚ ਫਲੋ ਕਿੱਥੇ ਹੁੰਦਾ, ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਫਲੋ ਹੁੰਦਾ ਹੈ, ਤਾਂ ਪਟਿਆਲਾ, ਸੰਗਰੂਰ, ਮਾਨਸਾ, ਇਹ 3 ਜ਼ਿਲ੍ਹਿਆਂ ਦੇ ਵਿੱਚੋਂ ਇਹ ਪਾਸ ਹੋ ਕੇ ਰਾਜਸਥਾਨ ਦੇ ਵਿੱਚ ਚਲਾ ਜਾਂਦਾ ਹੈ। ਠੀਕ ਹੈ, ਹਾਕੜਾ ਦੇ ਨੇੜੇ ਜਾ ਕੇ ਇਹ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਕਹਿੰਦਾ ਇਟ ਕਮਸ ਕੋਰਸ ਆਫਟਰ ਦੀ ਰਾਜਸਥਾਨ ਘੱਗਰ ਇਸ। ਕਹਿੰਦਾ ਜੀ ਉਹ ਕਿਹੜਾ ਥਾਂ ਹੈ ਜਿੱਥੇ ਰਾਜਸਥਾਨ ਦੇ ਵਿੱਚ ਜਿਹੜਾ ਇਹ ਘੱਗਰ ਦਰਿਆ ਪੰਜਾਬ ਤੋਂ ਹੁੰਦੇ ਹੋਏ ਰਾਜਸਥਾਨ 'ਚ ਜਾਂਦਾ ਤਾਂ ਉੱਥੇ ਜਾ ਕੇ ਖਤਮ ਹੁੰਦਾ ਹੈ। ਹਾਕੜਾ ਨਾਮਕ ਇੱਕ ਪਲੇਸ ਹੈ ਜੀ, ਉੱਥੇ ਜਾ ਕੇ ਇਹ ਖਤਮ ਹੁੰਦਾ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆ ਗਿਆ ਕੁਐਸਚਨ, ਵਿਚ ਰਿਵਰ ਦਾ ਸਰਹਿੰਦ ਕਨਾਲ ਟੇਕ ਆਫ। ਜਿਹੜੀ ਸਰਹਿੰਦ ਕਨਾਲ ਹੈ, ਠੀਕ ਹੈ ਜੀ, ਇਹ ਕਿਹੜੀ ਨਦੀ ਤੋਂ ਕੱਢੀ ਗਈ ਹੈ, ਤਾਂ ਸਤਲੁਜ ਨਦੀ ਤੋਂ ਯਾਦ ਰੱਖਣਾ ਹੈ ਤੁਸੀਂ। ਇਹ ਜਿਹੜੀ ਆਪਣੀ ਕਨਾਲ ਕੱਢੀ ਗਈ ਹੈ। ਉਸ ਤੋਂ ਬਾਅਦ ਕਹਿੰਦਾ ਜੀ ਹੰਸੀ ਬੁਟਾਨਾ ਕਨਾਲ ਜਿਹੜੀ ਹੈ ਇਹ ਜਿਹੜੀ ਇਹ ਇਸ਼ੂ ਹੈ ਸਾਡੇ 2 ਸਟੇਟਾਂ ਦੇ ਵਿੱਚ। ਕਿਹੜੀ ਸਟੇਟ ਦੇ ਵਿੱਚ ਇਹ ਹੰਸੀ ਬੁਟਾਨਾ ਜਿਹੜਾ ਕੈਨਾਲ ਸਿਸਟਮ, ਨਹਿਰੀ ਸਿਸਟਮ ਹੈ, ਇਹ ਕਿਹੜੇ 2 ਸਟੇਟਾਂ ਦੇ ਵਿੱਚ ਲੜਾਈ ਡਿਸਪਿਊਟ ਬਣਿਆ ਹੋਇਆ ਹੈ, ਤਾਂ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਪੰਜਾਬ ਅਤੇ ਹਰਿਆਣਾ। ਤੁਸੀਂ ਇੱਕ ਮੁੱਦਾ ਸੁਣਿਆ ਹੋਏਗਾ SYL, ਸਤਲੁਜ ਯਮੁਨਾ ਲਿੰਕ, ਉਹਦੇ ਉੱਪਰ ਹੀ ਇਹ ਥੋੜ੍ਹਾ ਜਿਹਾ ਪਾਰਟ ਹੈ ਜਿਹਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ, ਸਤਲੁਜ ਨਦੀ ਤੋਂ ਪਾਣੀ ਲੈਣ ਦੀ ਗੱਲ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ, ਸਤਲੁਜ ਯਮੁਨਾ ਲਿੰਕ ਵੀ 2 ਸਟੇਟਾਂ ਤੋਂ ਜੁੜਿਆ, ਕਿਹੜਾ, ਸਤਲੁਜ, ਹਰਿਆਣਾ ਅਤੇ ਪੰਜਾਬ। ਏਰੀਆ ਬਿਟਵੀਨ ਬਿਆਸ ਐਂਡ ਸਤਲੁਜ। ਬਿਆਸ ਅਤੇ ਸਤਲੁਜ ਦੇ ਵਿੱਚ ਜਿਹੜਾ ਹੈ, ਤੁਹਾਨੂੰ ਪਤਾ ਦੁਆਬ ਕਿਹਨੂੰ ਕਹਿੰਦੇ, ਦੁਆਬ ਹੁੰਦਾ 2 ਨਦੀਆਂ ਦੇ ਵਿੱਚ ਜੋ ਏਰੀਆ ਹੁੰਦਾ ਉਸ ਨੂੰ ਆਪਾਂ ਦੁਆਬ ਕਹਿੰਦੇ ਨੇ। ਅਤੇ ਸਾਡੇ ਪੰਜਾਬ ਦੇ ਜਿਹੜੇ ਨਦੀਆਂ ਦੇ ਆਧਾਰ 'ਤੇ ਤੁਹਾਨੂੰ ਪਤਾ ਜੀ ਇੰਡਸ ਸਿੰਧੂ ਨਦੀ ਹੈ ਨਾ, ਉਹਦੀਆਂ 5 ਸਹਾਇਕ ਨਦੀਆਂ ਨੇ, ਉਹਨਾਂ ਦੇ ਵਿੱਚ ਏਰੀਏ ਵੰਡੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਦੁਆਬ ਕਹਿ ਦਿੰਦੇ ਹਾਂ। ਅਤੇ ਉਹਨਾਂ ਦੁਆਬਾਂ ਦੇ ਨਾ 5 ਅਲੱਗ-ਅਲੱਗ ਨਾਮ ਨੇ, ਅਤੇ ਉਹਨਾਂ ਨਾਮ ਦੇ ਆਧਾਰ 'ਤੇ ਹੁਣ ਸਾਰੇ ਕੁਐਸਚਨ ਅੱਗੇ ਆਉਣਗੇ, ਉਹਦੇ ਨਾਮ ਦੇਖੋ ਤੁਸੀਂ। ਕਹਿੰਦਾ ਬਿਆਸ ਅਤੇ ਸਤਲੁਜ, ਹੁਣ ਬਿਆਸ ਦਾ ਨਾ BE ਚੱਕ ਲਓ, ਉਸ ਤੋਂ ਬਾਅਦ ਸਤਲੁਜ ਦਾ ST ਚੱਕ ਲਓ, ਸਤਲੁਜ। ਠੀਕ ਹੈ, ਇਸ ਤੋਂ ਦੁਆਬ ਬਣ ਗਿਆ ਬਿਸਟ ਦੁਆਬ। ਤਾਂ ਬਿਸਟ ਦੁਆਬ ਦਾ ਜਿਹੜਾ ਨਾਮ ਹੈ ਉਹ ਸਤਲੁਜ ਅਤੇ ਬਿਆਸ ਦੇ ਵਿੱਚ ਜਿਹੜਾ ਏਰੀਆ ਉਸ ਨੂੰ ਕਹਿੰਦੇ ਆ, ਮਤਲਬ ਉਹੀ ਜਲੰਧਰ ਜਿਹੜਾ ਕਪੂਰਥਲਾ ਹੁਸ਼ਿਆਰਪੁਰ ਵਾਲਾ ਜਿਹੜਾ ਏਰੀਆ, ਇਸ ਨੂੰ ਆਪਾਂ ਬਿਸਟ ਦੁਆਬ ਕਹਿੰਦੇ ਹਾਂ। ਠੀਕ ਹੈ ਜੀ। ਸਿੰਧ ਸਾਗਰ ਦੁਆਬ ਕਿਹਨੂੰ ਕਹਿੰਦੇ ਹਾਂ, ਸਿੰਧੂ ਨਦੀ ਅਤੇ ਜੇਹਲਮ ਨਦੀ ਦੇ ਵਿੱਚ ਜਿਹੜਾ ਏਰੀਆ ਪੈਂਦਾ ਹੈ ਪਾਕਿਸਤਾਨ ਦੇ ਵਿੱਚ, ਉਸ ਨੂੰ ਆਪਾਂ ਸਿੰਧ ਦੁਆਬ ਕਹਿ ਦਿੰਦੇ ਹਾਂ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਦੁਆਬਾ ਰੀਜਨ ਬਿਟਵੀਨ। ਦੁਆਬੇ ਦਾ ਮਤਲਬ ਕੀ ਹੁੰਦਾ, ਜਿਹੜਾ ਦੁਆਬਾ ਰੀਜਨ ਹੈ ਇਹ ਤੁਹਾਨੂੰ ਪਤਾ ਹੀ ਹੈ ਬਿਆਸ ਅਤੇ ਸਤਲੁਜ। ਇਹ ਕੁਐਸਚਨ ਫਿਰ ਰਿਪੀਟ ਹੋ ਗਿਆ। ਕਹਿੰਦੇ ਜੀ ਹੁਣ ਦੱਸੋ ਮੇਨਸ ਡਿਸਟ੍ਰਿਕਟ ਇਨ ਦੁਆਬਾ ਜਿਹੜਾ ਰੀਜਨ ਹੈ ਉਸ ਦੇ ਵਿੱਚ ਤੁਹਾਨੂੰ ਕਿਹੜੇ ਸਿਟੀ ਮੇਨ ਸ਼ਹਿਰ ਮਿਲਦੇ ਨੇ, ਡਿਸਟ੍ਰਿਕਟ ਆਪਣੇ ਜਲੰਧਰ ਹੈ, ਹੁਸ਼ਿਆਰਪੁਰ ਹੈ, ਨਵਾਂ ਸ਼ਹਿਰ ਹੈ ਜਿਹਨੂੰ ਆਪਾਂ ਭਗਤ ਸਿੰਘ ਨਗਰ ਵੀ ਕਹਿੰਦੇ ਹਾਂ, ਕਪੂਰਥਲਾ ਹੈ ਤੁਹਾਡਾ। ਠੀਕ ਹੈ ਜੀ, ਇਹ ਸਾਰੇ ਆਪਾਂ ਯਾਦ ਕਰਨੇ ਪੈਣਗੇ। 4 ਡਿਸਟ੍ਰਿਕਟ ਨੇ ਆਪਣੇ ਦੁਆਬੇ ਰੀਜਨ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਮਾਲਵਾ ਰੀਜਨ ਜਿਹੜਾ ਹੈ ਉਹਦੇ ਵਿੱਚ ਜਿਹੜਾ ਕਿ ਤੁਹਾਨੂੰ ਪਤਾ ਹੈ ਸਤਲੁਜ ਦੇ ਦੱਖਣ ਦੇ ਵਿੱਚ ਹੈ, ਅਤੇ ਇਹਦੇ ਵਿੱਚ ਕਿੰਨੇ ਜ਼ਿਲ੍ਹੇ ਨੇ, ਕਿਹੜੇ ਜ਼ਿਲ੍ਹੇ ਪੈਂਦੇ ਨੇ, ਵੈਸੇ ਤਾਂ 15 ਜ਼ਿਲ੍ਹੇ ਪੈਂਦੇ ਨੇ, ਇਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ। ਇੱਥੇ ਮੇਨ ਦੱਸੇ ਹੋਏ ਨੇ ਲੁਧਿਆਣਾ, ਸਤਲੁਜ, ਸੰਗਰੂਰ, ਬਠਿੰਡਾ, ਮੋਹਾਲੀ ਵਗੈਰਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ ਲਿਆ ਜੀ। ਉਸ ਤੋਂ ਬਾਅਦ ਮਾਝਾ ਰੀਜਨ ਕੰਟੇਨ ਦੀ, ਜਿਹੜਾ ਮਾਝਾ ਰੀਜਨ ਹੈ ਉਹਦੇ ਵਿੱਚ ਕਿਹੜੇ ਜ਼ਿਲ੍ਹੇ ਪੈਂਦੇ ਨੇ, ਅਤੇ ਮਾਝਾ ਰੀਜਨ ਜਿਹੜਾ ਪੈਂਦਾ ਕਿਹਦੇ ਵਿੱਚ ਹੈ, ਇੱਕ ਤਾਂ ਰਾਵੀ ਨਦੀ ਹੈ ਅਤੇ ਇੱਕ ਤੁਹਾਡਾ ਹੋ ਗਿਆ ਜੀ ਆਪਣੀ ਬਿਆਸ। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਰੀਜਨ ਪੈਂਦਾ ਉਹਨੂੰ ਆਪਾਂ ਕਹਿੰਦੇ ਹਾਂ ਕਿਹੜਾ, ਮਾਝਾ ਰੀਜਨ। ਮਾਝਾ ਰੀਜਨ ਦੇ ਵਿੱਚ ਤੁਹਾਨੂੰ ਪਤਾ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਵਾਲੇ ਸਾਰੇ ਜ਼ਿਲ੍ਹੇ ਜਿਹੜੇ ਨੇ ਇਹ ਮਾਝਾ ਰੀਜਨ ਦੇ ਵਿੱਚ ਪੈਂਦੇ ਨੇ। ਅਤੇ ਅੱਗੇ ਸੇਮ ਉਹੀ ਕੁਐਸਚਨ ਜਿਹੜਾ ਮੈਂ ਹੁਣੀ ਦੱਸਿਆ ਉਹਦੇ ਬਾਰੇ ਰਿਪੀਟ ਹੋਇਆ ਕਿ ਮਾਝਾ ਰੀਜਨ ਕਿਹਦੇ ਵਿੱਚ ਹੈ, ਰਾਵੀ ਅਤੇ ਬਿਆਸ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਦੱਸੋ ਜੀ ਮਾਡਰਨ ਜਿਹੜਾ ਅੱਜ ਤਾਂ ਪਠਾਨਕੋਟ ਹੈ, ਗੁਰਦਾਸਪੁਰ ਹੈ, ਤਰਨਤਾਰਨ ਹੈ, ਇਹ ਕਿਹੜੀ ਰੀਜਨ ਦੇ ਵਿੱਚ ਪੈਂਦੇ ਨੇ, ਮਾਝਾ ਦੇ ਵਿੱਚ। ਦੇਖੋ ਬਾਰ-ਬਾਰ ਰਿਪੀਟ ਕੁਐਸਚਨ ਹੋ ਰਹੇ ਨੇ ਜਿਹਦੇ ਕਾਰਨ ਤੁਹਾਡੀ GK ਸਟਰੋਂਗ ਹੋ ਰਹੀ ਹੈ, ਜਿਸ ਕਰਕੇ ਤੁਸੀਂ ਜਿੰਨੀ ਵਾਰੀ ਰਿਪੀਟ ਕਰੋਗੇ GK ਨੂੰ ਓਨਾ ਹੀ ਤੁਸੀਂ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਬੈਠ ਜਾਊਗਾ। ਉਸ ਤੋਂ ਬਾਅਦ ਇਹ ਕੁਐਸਚਨ ਡਿਲੀਟ ਹੋਏ ਵੀ ਡਿਲੀਟ ਨਹੀਂ ਹੋਣੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਜਿਹੜਾ ਰਚਨਾ ਦਬਾਅ ਹੈ, ਤੁਸੀਂ
CH ਚੱਕ ਲਓ ਚਨਾਬ ਦਾ, ਤੇ RA ਜਿਹੜਾ ਹੈ ਉਹ ਚੱਕ ਲਓ ਰਾਵੀ ਨਦੀ ਦਾ। ਇੱਥੋਂ ਬਣਦਾ ਚਨਾਬ, ਠੀਕ ਹੈ, ਸੌਰੀ ਰਚਨਾ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਰਚਨਾ ਦੁਆਬ ਤੁਹਾਡਾ ਇੱਥੋਂ ਬਣਦਾ। ਉਸ ਤੋਂ ਬਾਅਦ ਆ ਜਾਓ, ਵਾਟ ਇਜ਼ ਦਾ ਨੇਮ ਆਫ ਦੁਆਬ ਬਿਟਵੀਨ ਦੀ ਜੇਹਲਮ ਐਂਡ ਚਨਾਬ। ਜੇਹਲਮ ਅਤੇ ਚਨਾਬ ਦੇ ਵਿੱਚ ਹੁਣ JH ਚੱਕ ਲਓ, ਉਸ ਤੋਂ ਬਾਅਦ CH ਜਿਹੜਾ ਚੱਜ ਦੁਆਬ ਬਣਦਾ ਨਾ ਉਹ ਇਹਨਾਂ ਦੋਨਾਂ ਅੱਖਰਾਂ ਦੇ ਮੇਲ ਤੋਂ ਬਣਦਾ, ਅਤੇ ਚੱਜ ਦੁਆਬ ਹੈਗਾ ਜਿਹੜਾ ਜੇਹਲਮ ਅਤੇ ਚਨਾਬ ਨਦੀ ਦੇ ਵਿੱਚ, ਠੀਕ ਹੈ ਜੀ। ਅਤੇ ਹੁਣ ਉਸ ਤੋਂ ਬਾਅਦ ਕਹਿੰਦਾ ਥੀਨ ਡੈਮ ਜਿਹੜਾ ਨਾ ਉਹ ਕਿਹੜੀ ਨਦੀ ਦੇ ਉੱਪਰ ਹੈ। ਤੁਹਾਨੂੰ ਮੈਂ ਦੱਸਿਆ ਸੀ ਥੀਨ ਡੈਮ ਇੱਕ ਪਿੰਡ ਦਾ ਨਾਮ ਹੈ, ਠੀਕ ਹੈ। ਇਹਨੂੰ ਵੈਸੇ ਆਪਾਂ ਕਹਿੰਦੇ ਹਾਂ ਰਣਜੀਤ ਸਾਗਰ ਡੈਮ, ਅਤੇ ਇਹ ਜਿਹੜਾ ਬਣਿਆ ਜੀ ਹੁਣ ਨਵਾਂ ਰਾਵੀ ਨਦੀ ਦੇ ਉੱਪਰ। ਉਸ ਤੋਂ ਬਾਅਦ ਆਉਂਦਾ ਵੈਨ ਵਾਜ਼ ਦਾ ਭਾਖੜਾ ਨੰਗਲ ਡੈਮ ਪ੍ਰੋਜੈਕਟਿਡ। ਜਿਹੜਾ ਸਭ ਤੋਂ ਪਤਾ ਭਾਖੜਾ ਨੰਗਲ ਡੈਮ ਜਿਹੜਾ ਕਿ 5 ਸਟੇਟਾਂ ਨੂੰ ਬਿਜਲੀ ਦਿੰਦਾ, ਸਭ ਤੋਂ ਵੱਡਾ, ਇਹਨੂੰ ਗ੍ਰੈਵਿਟੀ ਡੈਮ ਵੀ ਕਹਿੰਦੇ ਆ ਇੰਡੀਆ ਦੇ ਵਿੱਚ, ਗ੍ਰੈਵਿਟੀ ਡੈਮ, ਠੀਕ ਹੈ। ਅਤੇ ਇਹ ਜਿਹੜਾ ਡੈਮ ਬਣਾਇਆ ਗਿਆ ਸੀ, ਇਹ ਬਣਾਇਆ ਗਿਆ ਸੀ 1948 ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਕਰ ਲਓ। ਉਸ ਤੋਂ ਬਾਅਦ ਯਾਦ ਕਰਨਾ ਹਾਈਐਸਟ ਗ੍ਰੈਵਿਟੀ ਡੈਮ, ਆ ਗਿਆ ਨਾ ਉਹੀ ਕੁਐਸਚਨ। ਭਾਖੜਾ ਨੰਗਲ ਡੈਮ ਨੂੰ ਆਪਾਂ ਸਤਲੁਜ ਨਦੀ ਦੇ ਉੱਪਰ ਜਿਹੜਾ ਬਣਿਆ ਸੀ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਹਾਈਐਸਟ ਗ੍ਰੈਵਿਟੀ ਡੈਮ, ਠੀਕ ਹੈ ਜੀ, ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਪੰਡੋ, ਦੇਖੋ 2 ਡੈਮ ਨੇ, ਪੰਡੋ ਹੋ ਗਿਆ ਅਤੇ ਪੌਂਗ ਹੋ ਗਿਆ। ਇਹ ਦੋਨੇ ਡੈਮ ਜੀ ਹੁਸ਼ਿਆਰਪੁਰ ਦੇ ਕੋਲ ਹੈਗੇ ਨੇ ਬਿਆਸ ਨਦੀ ਦੇ ਉੱਪਰ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਜੀ ਜਿਹੜਾ ਭਾਖੜਾ ਨੰਗਲ ਡੈਮ ਹੈ ਇਹ ਸਤਲੁਜ ਨਦੀ ਦੇ ਉੱਪਰ ਬਣਿਆ। ਮੈਂ ਬਾਰ-ਬਾਰ ਸਮਝਾ ਚੁੱਕਿਆ। ਇੱਕ ਦੇਖੋ ਭਾਖੜਾ ਡੈਮ ਜਿਹੜਾ ਜਿੱਥੇ ਬਣਿਆ ਨਾ, ਇਹ ਉਹਦੇ ਮਗਰ ਇੱਕ ਝੀਲ ਬਣੀ, ਉਹਨੂੰ ਕਹਿੰਦੇ ਗੋਬਿੰਦ ਸਾਗਰ ਝੀਲ, ਠੀਕ ਹੈ ਜੀ। ਗੋਬਿੰਦ ਸਾਗਰ ਝੀਲ ਜਿਹੜੀ ਹਿਮਾਚਲ ਦੇ ਵਿੱਚ ਹੈ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦਾ ਭਾਖੜਾ ਨੰਗਲ ਹੋਲਡ ਦਾ ਲਾਰਜੈਸਟ ਰਿਜਰ, ਕਹਿੰਦਾ ਜੇ ਆਪਾਂ ਪਾਣੀ ਦੇ ਹਿਸਾਬ ਨਾਲ ਵੇਖੀਏ ਤਾਂ ਕਿੰਨੇ ਨੰਬਰ 'ਤੇ ਆਉਂਦਾ ਹੈ, ਫਿਰ ਇਹ ਵਰਲਡ ਦੇ ਵਿੱਚ 2nd ਨੰਬਰ 'ਤੇ ਆਉਂਦਾ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦਾ ਪਿਆ ਜੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਡੈਮ ਹੈ ਜਿਹਦੇ ਕੋਲ ਪਾਣੀ ਸਭ ਤੋਂ ਜ਼ਿਆਦਾ ਹੈ, ਉਸ ਡੈਮ ਦਾ ਨਾਮ ਹੈ ਇੰਦਰਾ ਸਾਗਰ ਡੈਮ, ਠੀਕ ਹੈ, ਇੰਦਰਾ ਸਾਗਰ ਡੈਮ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ 2nd ਨੰਬਰ 'ਤੇ ਇਹ ਪੈਂਦਾ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਦਈਏ ਵੀ ਭਾਖੜਾ ਡੈਮ ਜੇ ਏਸ਼ੀਆ ਦੇ ਹਿਸਾਬ ਨਾਲ ਵੇਖੀਏ ਹਾਈਟ ਵਾਈਜ਼, ਕਿੰਨੀ ਉਚਾਈ ਦੇ ਵਿੱਚ ਹਾਈਟ ਵਾਈਜ਼ ਕਿੰਨੇ ਨੰਬਰ 'ਤੇ ਆਉਂਦਾ, 2nd ਨੰਬਰ 'ਤੇ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਪੇਪਰ 'ਚ ਯਾਦ ਕਰ ਲਿਓ ਜੀ, ਠੀਕ ਹੈ ਜੀ। ਹੁਣ ਦੇਖੋ ਥੀਨ ਡੈਮ ਨੂੰ ਆਪਾਂ ਕੀ ਕਹਿੰਦੇ ਹਾਂ, ਰਣਜੀਤ ਸਾਗਰ ਡੈਮ, ਇਹ ਜੋ ਕਿ ਰਾਵੀ ਨਦੀ ਦੇ ਉੱਪਰ ਬਣਿਆ, ਉਹਦਾ ਹੀ ਨਾਮ ਪੁੱਛਿਆ ਹੋਇਆ ਸੀਗਾ। ਉਸ ਤੋਂ ਬਾਅਦ ਆ ਜਾਂਦਾ ਪੰਜਾਬ ਦੀ GK ਦੇ ਬਾਰੇ ਥੋੜ੍ਹਾ। ਕਹਿੰਦਾ ਪੰਜਾਬ ਦਾ ਏਰੀਆ ਕਿੰਨਾ ਹੈ। ਪੰਜਾਬ ਦਾ ਏਰੀਆ ਸਿੰਪਲ ਜਿਹਾ ਯਾਦ ਕਰ ਲਓ, 50,362 ਕਿਲੋਮੀਟਰ ਜਿਹੜਾ ਇਹਦਾ ਏਰੀਆ ਜੀ, ਠੀਕ ਹੈ ਜੀ। ਇਹ ਤੁਸੀਂ ਯਾਦ ਕਰ ਸਕਦੇ ਹੋ ਸਿੰਪਲ ਜਿਹਾ। ਅਤੇ ਇਸੇ ਏਰੀਏ ਦੇ ਵਿੱਚ ਇੰਨੇ ਦੇ ਵਿੱਚ ਹੀ ਸਾਡਾ ਕਿੰਨੇ % ਫੋਰੈਸਟ ਹੈ ਪੰਜਾਬ ਦੇ ਵਿੱਚ, 3.67% ਜਿਹੜਾ ਸਾਡਾ ਜੰਗਲ ਹੈਗੇ ਨੇ ਪੰਜਾਬ ਦੇ ਵਿੱਚ, ਠੀਕ ਹੈ ਜੀ, ਇੰਨੇ %। ਉਸ ਤੋਂ ਬਾਅਦ ਜਿਹੜਾ ਪੰਜਾਬ ਦੇ, ਜੇ ਮੈਂ ਇਹ ਏਰੀਏ ਦੇ ਵਿੱਚ 50,362 ਦੇ ਵਿੱਚ ਮੈਂ ਏਰੀਆ ਕੱਢਾਂ ਪੰਜਾਬ ਦਾ, 3,084 ਜਿਹੜਾ ਕਿਲੋਮੀਟਰ ਏਰੀਆ ਜਿਹੜਾ ਜੀ, ਇਹ ਕਿਲੋਮੀਟਰ ਜਿਹੜਾ ਏਰੀਆ ਜੰਗਲਾਂ ਦੇ ਵਿੱਚ ਆਉਂਦਾ ਹੈ, ਜਿਹੜਾ ਕਿ ਕਿੰਨੇ ਦੇ ਬਰਾਬਰ ਹੈ, 3.67 % ਮੀਟਰ ਦੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਹ 3 ਕੁਐਸਚਨ ਬਕਵਾਸ ਨੇ, ਇਹਨਾਂ ਦਾ ਆਪਣੇ ਪੇਪਰਾਂ 'ਚ ਕੋਈ ਲੈਣਾ ਦੇਣਾ ਨਹੀਂ ਹੈ। ਇਹ ਨਾ ਹਜੇ ਤੱਕ ਆਏ ਨੇ ਤਾਂ ਇਹਨਾਂ ਦਾ ਬੁੱਕ ਦੇ ਵਿੱਚ ਕੋਈ ਫਾਇਦਾ ਨਹੀਂ ਗਾ, ਠੀਕ ਹੈ ਜੀ, ਇਹਨੂੰ ਛੱਡ ਸਕਦੇ ਹੋ। ਅਤੇ ਬਾਕੀ ਉਸ ਤੋਂ ਬਾਅਦ ਆਪਣੇ ਕੁਐਸਚਨ ਨੈਕਸਟ ਵੇਖਦੇ ਹਾਂ। ਵਿਚ ਡਿਸਟ੍ਰਿਕਟ ਪੰਜਾਬ ਹੈ ਮੈਕਸਿਮਮ ਫੋਰੈਸਟ ਕਵਰ। ਦੇਖੋ ਪੰਜਾਬ ਦੇ ਵਿੱਚ ਆਪਾਂ ਜੇ ਜੰਗਲਾਂ ਦੀ ਗੱਲ ਕੀਤੀ ਸੀ ਤਾਂ 3.67% ਸੀਗੇ, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੇ ਜ਼ਿਲ੍ਹੇ ਦੇ ਵਿੱਚ ਨੇ, ਹੁਸ਼ਿਆਰਪੁਰ ਦੇ ਵਿੱਚ। ਮਿਨੀਮਮ ਕਿੱਥੇ ਨੇ, ਫਤਿਹਗੜ੍ਹ ਸਾਹਿਬ ਦੇ ਵਿੱਚ। ਇਹ ਤੁਸੀਂ ਬਾਰ-ਬਾਰ ਰੱਟ ਲਓ, ਬਾਰ-ਬਾਰ ਕੁਐਸਚਨ ਆਉਂਦਾ ਹੈ, ਮਿਨੀਮਮ ਫੋਰੈਸਟ ਫਤਿਹਗੜ੍ਹ ਸਾਹਿਬ ਦੇ ਵਿੱਚ ਨੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਿਹੜਾ ਜੀ ਚੰਡੀਗੜ੍ਹ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਕਹਿੰਦਾ ਜੀ ਚੰਡੀਗੜ੍ਹ ਜਿਹੜੀ ਸਾਡੀ ਤੁਹਾਨੂੰ ਪਤਾ ਕੈਪੀਟਲ ਹੈ ਪੰਜਾਬ ਦੀ, ਇਹ ਹਰਿਆਣੇ ਦੀ ਵੀ ਕੈਪੀਟਲ ਹੈ। ਇਹ ਕਦੋਂ ਤੋਂ ਕਦੋਂ ਤੱਕ ਰਹੀ, ਮਤਲਬ ਜਦੋਂ ਰਹੀ ਆਪਣੀ, ਠੀਕ ਹੈ ਜੀ, ਪੰਜਾਬ ਦੀ। ਇਹਨੂੰ ਰੀਆਰਗਨਾਈਜ਼ ਕੀਤਾ ਗਿਆ ਸੀ ਬਾਅਦ ਦੇ ਵਿੱਚ, ਮਤਲਬ ਦੁਬਾਰਾ ਬਣਾਈ ਗਈ ਸੀ, ਬਣਦੀ ਪਈ ਸੀ ਉਹਨੂੰ ਦੁਬਾਰਾ। ਤਾਂ ਇਹਨੂੰ ਵੈਸੇ ਟੋਟਲੀ ਆਪਾਂ ਡਿਕਲੇਅਰ ਕੀਤਾ 1966 ਦੇ ਵਿੱਚ, ਉਸ ਤੋਂ ਪਹਿਲਾਂ ਹੀ ਕਰਤਾ ਸੀ, ਪਰ ਉਦੋਂ ਬਣਦੀ ਪਈ ਸੀ, ਪਰ ਉਦੋਂ ਆਪਾਂ ਕੈਪੀਟਲ ਇੱਕ ਨੂੰ ਹੋਰ ਬਣਾ ਕੇ ਚੱਲ ਰਹੇ ਸੀਗੇ। 1952 ਤੋਂ ਲੈ ਕੇ 66 ਤੱਕ ਜਿਹੜੀ ਪੰਜਾਬ ਦੀ ਕੈਪੀਟਲ ਜਿਹੜੀ ਹੈ ਇਹਨੂੰ ਆਪਾਂ ਬਣਾ ਕੇ ਰੱਖਿਆ, ਠੀਕ ਹੈ ਜੀ। ਇਸ ਤੋਂ ਪਹਿਲਾਂ ਮੈਂ ਜਿਹੜਾ ਕੈਪੀਟਲ ਦਾ ਕੁਐਸਚਨ ਕਲੀਅਰ ਕਰਦਾ। ਸਭ ਤੋਂ ਪਹਿਲੇ ਜਿਹੜੀ ਸਾਡੀ ਕੈਪੀਟਲ ਜਿਹੜੀ ਹੁੰਦੀ ਸੀ ਉਹ ਹੁੰਦੀ ਸੀ ਲਾਹੌਰ, ਠੀਕ ਹੈ ਜੀ। ਲਾਹੌਰ ਸਾਡੀ ਜਿਹੜੀ ਸੀ ਸਭ ਤੋਂ ਪਹਿਲਾਂ ਸਾਡੀ ਜਿਹੜੀ ਕੈਪੀਟਲ ਸੀ ਉਹ ਲਾਹੌਰ ਸੀਗੀ।
ਲਾਹੌਰ ਸੀਗੀ ਰਣਜੀਤ ਸਿੰਘ ਦੇ ਟਾਈਮ 'ਤੇ। ਬਾਅਦ ਦੇ ਵਿੱਚ ਜਦੋਂ ਪੰਜਾਬ ਆਜ਼ਾਦ ਹੋ ਗਿਆ ਤਾਂ ਪੈਪਸੂ ਬਣਿਆ। ਪੈਪਸੂ ਦੇ ਟਾਈਮ 'ਤੇ ਸਾਡੀ ਜਿਹੜੀ ਕੈਪੀਟਲ ਬਣ ਗਈ ਪਟਿਆਲਾ। ਪਟਿਆਲਾ ਤੋਂ ਬਾਅਦ ਜਦੋਂ ਪਟਿਆਲਾ ਨੂੰ ਮਰਜ ਕਰਤਾ ਫਿਰ ਸਾਡੀ ਕੈਪੀਟਲ ਬਣ ਗਈ ਸ਼ਿਮਲਾ। ਸ਼ਿਮਲਾ ਕੀ ਹੋਇਆ ਸੀ, ਸ਼ਿਮਲਾ ਫਿਰ ਜਦੋਂ ਸ਼ਿਮਲਾ ਚਲਾ ਗਿਆ ਹਿਮਾਚਲ ਦੇ ਵਿੱਚ, ਜਦੋਂ ਵੰਡ ਹੋਣ ਲੱਗ ਗਈ ਉਸ ਟਾਈਮ ਦੇ ਵਿੱਚ ਸਾਡੀ ਕੈਪੀਟਲ ਫਿਰ ਪੰਜਾਬ ਐਂਡ ਹਰਿਆਣਾ ਦੀ ਕੀ ਬਣ ਗਈ, ਚੰਡੀਗੜ੍ਹ। ਪਰ ਚੰਡੀਗੜ੍ਹ ਬਣਦੀ ਸੀ ਉਸ ਟਾਈਮ 'ਤੇ ਥੋੜ੍ਹੇ ਦਿਨਾਂ ਵਾਸਤੇ ਸਾਡੀ ਕੈਪੀਟਲ ਬਣੀ ਸੀ ਜਲੰਧਰ। ਠੀਕ ਹੈ ਜੀ, ਇਹ ਤੁਸੀਂ ਸਾਰੇ ਜਿਹੜੇ ਪੁਆਇੰਟ ਨੇ ਇਹ ਤੁਸੀਂ ਯਾਦ ਕਰ ਲਿਆ ਜੀ। ਹੁਣ ਜਿਹੜੀ ਪੰਜਾਬ ਦੀ ਜਿਹੜੀ ਚੰਡੀਗੜ੍ਹ ਕੈਪੀਟਲ ਹੈ ਇਹਨੂੰ ਐਜ਼ ਏ ਯੂਨੀਅਨ ਟੈਰੀਟਰੀ ਮਤਲਬ ਕੇਂਦਰ ਸ਼ਾਸਿਤ ਅਤੇ ਪੰਜਾਬ ਦੀ ਕੈਪੀਟਲ ਕਦੋਂ ਘੋਸ਼ਿਤ ਕੀਤਾ ਗਿਆ? ਇਹ ਹੋਇਆ ਸੀ ਜਦੋਂ ਪੰਜਾਬ ਦੀ ਵੰਡ 1966 ਦੇ ਵਿੱਚ ਹੋਈ ਸੀ, ਜਦੋਂ ਪੰਜਾਬ ਦੇ 3 ਹਿੱਸੇ ਹੋਏ ਸੀ, ਟਰਾਈਫਿਕੇਸ਼ਨ ਹੋਇਆ ਸੀਗਾ। ਇਹਦੇ ਵਿੱਚ ਹਰਿਆਣਾ ਬਣਿਆ ਸੀਗਾ, ਹਿਮਾਚਲ ਬਣਿਆ ਸੀਗਾ ਅਤੇ ਪੰਜਾਬ ਜਿਹੜਾ ਅੱਜ ਦਾ ਮਾਡਰਨ ਹੈ ਇਹ ਬਣਿਆ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਵੈਨ ਵਾਜ਼ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਪੰਜਾਬ ਟਰਾਂਸਫਰ ਫਰੋਮ ਦਾ ਚੀਫ ਕਮਿਸ਼ਨਰ ਆਫ ਦਾ ਐਡਮਿਨਿਸਟ੍ਰੇਸ਼ਨ ਫਸਟ ਟਾਈਮ। ਕਹਿੰਦੇ ਜੀ ਪੰਜਾਬ ਦਾ ਦੇਖੋ ਜਿਹੜਾ ਜਦੋਂ ਪੰਜਾਬ ਬਣਿਆ ਸੀ ਨਾ, ਯੂਟੀ ਬਣਿਆ ਸੀ, ਉਸ ਟਾਈਮ ਦੇ ਵਿੱਚ ਕਮਿਸ਼ਨਰ ਬਿਠਾਏ ਜਾਂਦੇ ਸੀ ਪੰਜਾਬ ਦੇ ਵਿੱਚ, ਅਲੱਗ ਕਮਿਸ਼ਨਰ ਬੈਠਿਆ ਜਾਂਦਾ ਸੀ। ਪਰ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋ ਗਿਆ ਜੀ, ਫਿਰ ਜਿਹੜਾ ਪੰਜਾਬ ਦਾ ਗਵਰਨਰ ਹੋਊਗਾ ਨਾ ਉਸੇ ਨੂੰ ਪੰਜਾਬ ਦਾ ਜਿਹੜਾ ਚੰਡੀਗੜ੍ਹ ਦਾ ਚਾਰਜ ਦੇ ਦਿੱਤਾ ਜਾਂਦਾ ਸੀ, ਜਿਹਨੂੰ ਉਸ ਤੋਂ ਬਾਅਦ ਉਹਨੂੰ ਕਹਿਣ ਲੱਗ ਗਏ ਐਡਮਿਨਿਸਟ੍ਰੇਟਰ। ਠੀਕ ਹੈ ਜੀ। ਤਾਂ ਇਹ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਪੰਜਾਬ ਦਾ ਪਹਿਲਾ ਐਡਮਿਨਿਸਟ੍ਰੇਸ਼ਨ ਮਤਲਬ ਉਹ ਗਵਰਨਰ ਵੀ ਹੈ ਪੰਜਾਬ ਦਾ ਅਤੇ ਚੰਡੀਗੜ੍ਹ ਦਾ ਕੀ ਹੋ ਗਿਆ ਐਡਮਿਨਿਸਟ੍ਰੇਟਰ। ਇਹ 1 ਜੂਨ 1984 ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਜਿਹੜੇ ਪੰਜਾਬ ਦੇ ਜਿਹੜੇ ਐਡਮਿਨਿਸਟ੍ਰੇਟਰ ਹੁੰਦੇ ਨੇ ਚੰਡੀਗੜ੍ਹ ਦੇ, ਉਹ ਪੰਜਾਬ ਦੇ ਕੀ ਹੁੰਦੇ ਨੇ, ਗਵਰਨਰ। ਮਤਲਬ ਜਿਹੜਾ ਬੰਦਾ ਪੰਜਾਬ ਦਾ ਗਵਰਨਰ ਬਣੂਗਾ ਉਹ ਐਟੋਮੈਟਿਕਲੀ ਕੀ ਬਣ ਜੂਗਾ, ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਬਣ ਜਾਏਗਾ। ਪਰ ਐਡਮਿਨਿਸਟ੍ਰੇਟਰ ਬਣਨ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਕੀ ਬਣਦੇ ਹੁੰਦੇ ਸੀ, ਕਮਿਸ਼ਨਰ। ਠੀਕ ਹੈ ਜੀ, ਜਿਹੜੇ ਚੰਡੀਗੜ੍ਹ ਨੂੰ ਸੰਭਾਲਦੇ ਸੀਗੇ। ਉਸ ਤੋਂ ਬਾਅਦ ਕਹਿੰਦਾ ਜੀ ਚੰਡੀਗੜ੍ਹ ਦਾ ਜਿਹੜਾ ਨਾਮ ਹੈ ਨਾ ਉਹ ਕਿਵੇਂ ਪਿਆ ਅਤੇ ਚੰਡੀਗੜ੍ਹ ਦਾ ਜਿਹੜਾ ਨਾਮ ਹੈ ਉੱਥੇ ਚੰਡੀ ਮਾਤਾ ਦੇ ਜਿਹੜਾ ਟੈਂਪਲ ਹੈ, ਮੰਦਿਰ ਹੈ, ਉਹਨਾਂ ਦੇ ਨਾਮ ਦੇ ਉੱਪਰ ਇਹ ਜਿਹੜਾ ਨਾਮ ਹੈ ਚੰਡੀਗੜ੍ਹ ਨਾਮ ਪਿਆ। ਠੀਕ ਹੈ ਜੀ। ਚੰਡੀਗੜ੍ਹ ਦੀ ਫਾਊਂਡੇਸ਼ਨ ਮਤਲਬ ਇਸ ਨੂੰ ਜੀ ਡਰੀਮ ਸਿਟੀ ਕਿਹਾ ਜਾਂਦਾ ਹੈ, ਇਹਨੂੰ ਡਰੀਮ ਸਿਟੀ ਕਿਹਾ ਜਾਂਦਾ ਹੈ। ਇਹ ਡਰੀਮ ਸਿਟੀ ਵਸਾਉਣ ਦਾ ਜਿਹੜਾ ਕੰਮ ਸੀਗਾ ਸਾਡੇ ਪ੍ਰਧਾਨ ਮੰਤਰੀ ਕੌਣ ਸੀਗੇ, ਜਵਾਹਰ ਲਾਲ ਨਹਿਰੂ ਦੀ ਪਹਿਲੀ ਡਰੀਮ ਸਿਟੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਤੇ ਇਸ ਦੀ ਫਾਊਂਡੇਸ਼ਨ ਰੱਖੀ ਸੀ 1952 ਦੇ ਵਿੱਚ। ਤੁਹਾਨੂੰ ਪਤਾ ਹੈ ਸਾਡੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਜਿਹੜੇ ਸੀਗੇ ਇਹਨਾਂ ਦਾ ਕਾਰਿਆਕਾਲ ਸਭ ਤੋਂ ਵੱਡਾ ਸੀਗਾ। ਇਹ 3 ਵਾਰੀ ਪ੍ਰਧਾਨ ਮੰਤਰੀ ਬਣੇ ਸੀ, ਮਤਲਬ 16 ਕੁ ਸਾਲ, ਮਤਲਬ 282 ਕੁ ਦਿਨ ਰਹੇ ਸੀ। ਠੀਕ ਹੈ ਜੀ। ਤਾਂ ਉਹਨਾਂ ਦੇ ਟਾਈਮ 'ਤੇ ਇਹਨਾਂ ਨੇ ਫਸਟ ਜਿਹੜਾ ਫਾਊਂਡੇਸ਼ਨ ਰੱਖੀ ਸੀ ਚੰਡੀਗੜ੍ਹ ਨੂੰ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ। ਇਹ ਵੀ ਤੁਹਾਨੂੰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਰੋਜ਼ ਗਾਰਡਨ ਜਿਹੜਾ ਹੈ, ਰੋਜ਼ ਗਾਰਡਨ ਤੁਹਾਨੂੰ ਪਤਾ ਇੱਥੇ ਰੌਕ ਗਾਰਡਨ ਵੀ ਹੈ, ਇੱਥੇ ਰੋਜ਼ ਗਾਰਡਨ ਵੀ ਹੈ। ਅਤੇ ਜਿਹੜਾ ਰੋਜ਼ ਗਾਰਡਨ ਹੈ ਨਾ ਇਹ 1967 ਦੇ ਵਿੱਚ ਬਣਿਆ ਸੀਗਾ ਅਤੇ ਇਸ ਨੂੰ ਜਿਹੜਾ ਗਾਈਡੈਂਸ ਮਤਲਬ ਇਹਦੀ ਗਾਈਡੈਂਸ ਕਿਹਨਾਂ ਨੇ ਕੀਤੀ ਸੀ, ਡਾਕਟਰ MS ਰੰਧਾਵਾ ਜੀ ਨੇ ਇਹਦੀ ਗਾਈਡੈਂਸ ਕੀਤੀ ਸੀ। ਅਤੇ ਕਹਿੰਦੇ ਪੰਜਾਬ ਦੇ ਪਹਿਲੇ ਚੀਫ ਕਮਿਸ਼ਨਰ ਜਿਹੜੇ ਪਹਿਲੇ ਪੰਜਾਬ ਦੇ ਉਹ ਕੌਣ ਸੀ, ਡਾਕਟਰ MS ਰੰਧਾਵਾ ਜੀ ਸੀਗੇ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਜੀ ਫਸਟ ਐਡਮਿਨਿਸਟ੍ਰੇਟਰ ਪੰਜਾਬ ਦੇ ਕੌਣ ਬਣੇ, ਫਿਰ ਪਹਿਲੇ ਐਡਮਿਨਿਸਟ੍ਰੇਟਰ ਪੰਜਾਬ ਦੇ ਬਣੇ ਸੀ ਬੈਰਬ ਦੱਤ ਪਾਂਡੇ। ਜਦੋਂ ਪੰਜਾਬ ਦੇ ਵਿੱਚ 1984 ਦੇ ਵਿੱਚ ਕੀ ਲੱਗਿਆ ਹੋਇਆ ਸੀਗਾ, ਪ੍ਰੈਜ਼ੀਡੈਂਟ ਰੂਲ ਲੱਗਿਆ ਹੋਇਆ ਸੀ, ਤਾਂ ਉਸ ਟਾਈਮ ਦੀ ਜੀ ਆਪਰੇਸ਼ਨ ਕਿਹੜਾ ਚੱਲਦਾ ਪਿਆ ਸੀ, ਆਪਰੇਸ਼ਨ ਬਲੂ ਸਟਾਰ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ 1984 ਦੇ ਵਿੱਚ। ਅਤੇ ਉਸ ਟਾਈਮ 'ਤੇ ਯਾਦ ਰੱਖਣਾ ਜੀ ਤੁਸੀਂ ਜਿਹੜਾ ਰੋਜ਼ ਗਾਰਡਨ ਹੈ ਨਾ ਇਹ ਇਹਨਾਂ ਦੀ ਮਤਲਬ ਇਹਨਾਂ ਦੀ ਜਿਹੜਾ ਨਾਮ ਹੈ ਇਹ ਕਿਹਨਾਂ ਨੇ ਦਿੱਤਾ ਸੀਗਾ। ਅਤੇ ਸਾਡੇ ਇੰਡੀਆ ਦੇ ਇੱਕ ਪ੍ਰੈਜ਼ੀਡੈਂਟ ਹੋਏ ਨੇ ਜਿਨ੍ਹਾਂ ਦਾ ਨਾਮ ਸੀ ਡਾਕਟਰ ਜ਼ਾਕਿਰ ਹੁਸੈਨ ਸੀਗੇ। ਉਹਨਾਂ ਨੇ ਜੀ ਇਹਨਾਂ ਦਾ ਨਾਮ ਜਿਹੜਾ ਜੀ ਰੋਜ਼ ਗਾਰਡਨ ਦਿੱਤਾ ਸੀਗਾ ਚੰਡੀਗੜ੍ਹ ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਹੁਣ ਪੰਜਾਬ ਦੇ ਵਿੱਚ ਨਾ ਇੱਕ ਗਾਰਡਨ ਹੋਰ ਹੈ ਚੰਡੀਗੜ੍ਹ ਦੇ ਵਿੱਚ, ਉਹਦਾ ਨਾਮ ਹੈ ਰੌਕ ਗਾਰਡਨ ਦਾ ਨਾਮ ਜਿਹੜਾ ਹੈ ਜੀ ਉਹ ਬਣਾਇਆ ਸੀਗਾ ਜੀ ਨੇਕ ਚੰਦ ਜੀ ਨੇ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਹੁਣ ਆ ਜਾਓ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ, ਜੇ ਆਪਾਂ ਗੱਲ ਕਰੀਏ ਵੀ ਲੋਕ ਸਭਾ ਦੇ ਵਿੱਚ ਤੁਹਾਨੂੰ ਪਤਾ 552 ਸੀਟਾਂ ਨੇ, 545 'ਤੇ ਇਲੈਕਸ਼ਨ ਹੁੰਦਾ ਹੈ। ਪਰ ਚੰਡੀਗੜ੍ਹ ਤੋਂ ਕਿੰਨੀਆਂ ਸੀਟਾਂ ਲੋਕ ਸਭਾ ਦੇ ਵਿੱਚ ਨੇ, ਤਾਂ ਇੱਕ ਸੀਟ ਹੈ ਜੀ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਜੀ ਪੰਜਾਬ ਦੇ MP ਮਤਲਬ ਜਿਹੜੇ ਚੰਡੀਗੜ੍ਹ ਤੋਂ MP ਜਾਂਦੇ ਨੇ ਲੋਕ ਸਭਾ ਦੇ ਵਿੱਚ, ਉਹ ਕਿਰਨ ਖੇਰ ਨੇ, ਅਨੁਪਮ ਖੇਰ ਦੇ ਘਰਵਾਲੀ ਮਤਲਬ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਨਾ ਵੈਟਲੈਂਡ ਸਾਈਟਸ ਕਿੰਨੀਆਂ ਨੇ। ਵੈਟਲੈਂਡ ਮਤਲਬ ਸਮਝਦੇ ਹੋ ਤੁਸੀਂ ਰਾਮਸਰ ਸਾਈਟ ਪਹਿਲਾਂ ਸਮਝ ਲਓ ਕੀ ਹੁੰਦੀਆਂ ਨੇ। ਜਦੋਂ ਕੁਛ ਬਰਡ ਜਦੋਂ ਸੀਜ਼ਨ ਚੇਂਜ ਹੁੰਦਾ ਨਾ
ਤਾਂ ਉਹ ਕੀ ਕਰਦੇ ਨੇ, ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਚਲੇ ਜਾਂਦੇ ਨੇ ਸੀਜ਼ਨ ਦੇ ਹਿਸਾਬ ਨਾਲ, ਅਤੇ ਉੱਥੇ ਆਪਣਾ ਪ੍ਰਜਨਨ ਕਰਕੇ ਵਾਪਸ ਆਪਣੇ ਦੇਸ਼ ਚਲੇ ਜਾਂਦੇ ਨੇ। ਉਸ ਤਰ੍ਹਾਂ ਦੀਆਂ ਥਾਵਾਂ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਬਰਡ ਆਉਂਦੇ ਨੇ ਉਹ ਆਪਣੇ ਪ੍ਰਜਨਨ ਕਰਦੇ ਨੇ, ਠੀਕ ਹੈ, ਉਸ ਤੋਂ ਬਾਅਦ ਵਾਪਸ ਚਲੇ ਜਾਂਦੇ, ਉਹਨਾਂ ਥਾਵਾਂ ਨੂੰ ਆਪਾਂ ਕਹਿੰਦੇ ਹਾਂ ਰਾਮਸਰ ਸਾਈਟ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਈਟਾਂ ਪੰਜਾਬ ਦੇ ਵਿੱਚ ਹੈਗੀਆਂ ਨੇ 6, ਠੀਕ ਹੈ, ਇਹ 6 ਸਾਈਟਾਂ ਕਿਹੜੀਆਂ ਨੇ, ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਸਭ ਤੋਂ ਪਹਿਲਾਂ ਹਰੀਕੇ ਪਤਨ ਵਾਲੀ, ਫਿਰ ਕਾਂਜਲੀ ਵੈਟਲੈਂਡ, ਫਿਰ ਰੋਪੜ, ਖੇਸੋ ਮਿਆਮੀ ਅਤੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਐਂਡ ਨੰਗਲ ਸਾਈਟ। ਇਹ ਜਿਹੜੀਆਂ 3 ਤਾਂ ਹੁਣ ਬਣੀਆਂ ਨੇ, 3 ਪੁਰਾਣੀਆਂ ਸੀ, ਤਾਂ ਟੋਟਲ 6 ਹੋ ਗਈਆਂ। ਇਹ ਸਾਰੀਆਂ ਯਾਦ ਰੱਖ ਲਓ, ਬੜੀ ਇੰਪੋਰਟੈਂਟ ਹੈ, ਜਿਹਦੇ ਵਿੱਚ ਨਦੀ ਦੇ ਉੱਪਰ ਇੱਕ ਮਾਤਰ ਹੈਗੀ ਹੈ ਜਿਹਦਾ ਨਾਮ ਹੈ ਬਿਆਸ ਕੰਜ਼ਰਵੇਸ਼ਨ, ਠੀਕ ਹੈ ਜੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਨੈਸ਼ਨਲ ਵੈਟਲੈਂਡ ਪੰਜਾਬ ਦੇ ਵਿੱਚ ਕਿਹੜਾ ਜੀ, ਰਣਜੀਤ ਸਾਗਰ, ਠੀਕ ਹੈ ਜੀ। ਨੈਸ਼ਨਲ ਵੈਟਲੈਂਡ ਜਿਹੜਾ ਸਟੇਟ ਆਪਣੇ ਇੰਡੀਆ ਦੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਪੰਜਾਬ ਦੇ ਵਿੱਚ ਕਿਹੜਾ ਜੀ, ਉਹ ਇਹ ਹੈ। ਹੁਣ ਪੰਜਾਬ ਦੇ ਵਿੱਚ ਨਾ ਟੋਟਲ ਵੈਟਲੈਂਡ ਕਿੰਨੇ ਨੇ? ਵੈਟਲੈਂਡ ਉਹ ਥਾਂ ਹੁੰਦੀ ਹੈ ਦਲਦਲੀ ਇਲਾਕਾ ਜਿੱਥੇ ਬਹੁਤ ਸਾਰੀਆਂ ਪ੍ਰਜਾਤੀਆਂ ਆਪਣਾ ਜੀਵਨ ਬਤੀਤ ਕਰਦੀਆਂ ਨੇ, ਡਿਫਰੈਂਟ ਤਰ੍ਹਾਂ ਦੀਆਂ ਪ੍ਰਜਾਤੀਆਂ ਮਿਲਦੀਆਂ ਨੇ, ਉਹਨਾਂ ਨੂੰ ਆਪਾਂ ਵੈਟਲੈਂਡ ਕਹਿੰਦੇ ਹਾਂ, ਜਿਹਨੂੰ ਡਿਕਲੇਅਰ ਕੀਤਾ ਜਾਂਦਾ ਸਟੇਟ ਦੇ ਦੁਆਰਾ। ਕਿਹੜੇ ਐਕਟ ਦੇ ਅੰਡਰ? ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅੰਡਰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਪੰਜਾਬ ਦੇ ਵਿੱਚ 21 ਟੋਟਲ ਵੈਟਲੈਂਡ ਨੇ, ਮਤਲਬ ਜਿਹੜੇ 21 ਵੈਟਲੈਂਡ ਨੇ, ਜਿਹਦੇ ਵਿੱਚ 12 ਜਿਹੜੇ ਨੇ ਉਹ ਬਣੇ ਹੋਏ ਨੇ ਕੁਦਰਤੀ ਅਤੇ 9 ਨੂੰ ਬਣਾਇਆ ਗਿਆ ਮੈਨ ਮੇਡ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣੇ ਨੇ। ਅਤੇ ਉਸ ਤੋਂ ਬਾਅਦ ਆ ਜਾਓ ਪੰਜਾਬ ਦੇ ਵਿੱਚ ਨਾ ਇੱਕ ਤੁਹਾਨੂੰ ਪਤਾ ਹੈ ਜੀ, ਪੰਜਾਬ ਦੇ ਵਿੱਚ ਇੰਪੋਰਟੈਂਟ ਬਰਡ ਏਰੀਆ ਵੀ ਹੈਗਾ, ਬਰਡ ਏਰੀਆ ਜਿਹਨੂੰ ਬੰਬੇ ਨੈਚੁਰਲ ਜਿਹੜਾ ਹਿਸਟਰੀ ਹੈ ਉਹ ਸੁਸਾਇਟੀ ਜਿਹੜਾ ਡਿਕਲੇਅਰ ਕਰਦੀ ਹੈ, ਉਸ ਨੂੰ ਇਹ ਜਿਹੜੀ ਜਿਹਦੇ ਵਿੱਚ ਬਰਡ ਦੀ ਨਾ ਸੰਖਿਆ ਕਾਊਂਟ ਹੁੰਦੀ ਹੈ, ਕਿੰਨੇ ਬਰਡ ਉਸ ਥਾਂ 'ਤੇ ਹੈਗੇ ਨੇ, ਉਹ ਜਿਹੜਾ ਹੈਗਾ ਜੀ ਤੁਹਾਡਾ ਹਰੀਕੇ ਪਤਨ ਵੈਟਲੈਂਡ ਜਿਹੜਾ ਹੈ ਉੱਥੇ ਮੈਂਸ਼ਨ ਕੀਤਾ ਗਿਆ। ਮਤਲਬ ਪਹਿਲੀ ਸਾਈਡ ਜਿਹੜੀ ਸਾਡੀ ਰਾਮਸਰ ਸਾਈਟ ਨੇ ਉਹਨੂੰ ਆਪਾਂ ਇੰਪੋਰਟੈਂਟ ਬਰਡ ਏਰੀਆ ਸਾਈਟ ਵੀ ਹੈਗੀ ਹੈ ਸਾਡੀ, ਠੀਕ ਹੈ ਜੀ। ਆਈ ਹੋਪ ਕਿ ਜਿੰਨੇ ਹੁਣ ਮੈਂ ਤੁਹਾਨੂੰ ਕੁਐਸਚਨ ਕਰਾਤੇ ਜਿਹੜੇ ਬਚ ਗਏ ਆਪਾਂ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਵੀਡੀਓ ਕਾਫੀ ਲੰਮੀ ਹੋ ਜਾਣੀ ਹੈ। ਸੈਕਿੰਡ ਪਾਰਟ ਦੇ ਵਿੱਚ ਮੈਂ ਇਸ ਨੂੰ ਜਿਹੜੀ ਜਿਓਗ੍ਰਾਫੀ ਹੈ ਕੁਐਸਚਨ ਦੇ ਥਰੂ ਹੋਰ ਤੁਹਾਨੂੰ ਮੈਂ ਐਕਸਪਲੇਨ ਕਰੂੰਗਾ। ਤਾਂ ਤਦ ਤੱਕ ਦੇ ਲਈ ਬਨੇ ਰਹੋ। ਨੈਕਸਟ ਆਪਣੀ ਵੀਡੀਓ ਨੂੰ ਥੋੜ੍ਹੇ ਹੀ ਟਾਈਮ ਬਾਅਦ ਫਿਰ ਮੈਂ ਇਸ ਨੂੰ ਅਪਲੋਡ ਕਰੂੰਗਾ। ਅਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਆਪਣੇ ਫਰੈਂਡ ਦੇ ਵਿੱਚ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਜੀ। ਤੁਹਾਨੂੰ ਕਿਤੇ ਵੀ ਇਸ ਤੋਂ ਬਾਹਰ ਕੁਐਸਚਨ ਬਹੁਤ ਘੱਟ ਚਾਂਸ ਹੈ ਵੀ ਤੁਹਾਡਾ ਆ ਜਾਵੇ, ਪਰ ਸਾਰੇ ਕੁਐਸਚਨ ਮੈਂ ਇਹਦੇ ਵਿੱਚ ਕਵਰ ਕਰ ਦਿੱਤੇ ਨੇ। ਜਿਓਗ੍ਰਾਫੀ ਤੁਹਾਨੂੰ ਕਿਤੇ ਵੀ ਪੜ੍ਹਨ ਦੀ ਲੋੜ ਨਹੀਂ, ਠੀਕ ਹੈ ਜੀ। ਅਤੇ ਥੈਂਕ ਯੂ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ।